ਜੀਵਨ ਦੇ ਦਰਸ਼ਨ ਦੀਦਾਰ ਕਰੀਏ, ਉਹਨਾਂ ਦੇ ਪਾਵਨ ਉਪਦੇਸ਼ਾਂ ਨੂੰ ਵਿਚਾਰੀਏ, ਸਮਝੀਏ। ਸਭ ਤੋਂ ਪਹਿਲਾਂ ਸਰਬੰਸ ਦਾਨੀ ਅੰਮ੍ਰਿਤ ਦੇ ਦਾਤੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਅਦਬ ਸਹਿਤ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਸਨ 1469 ਚ ਜ਼ਿਲ੍ਹਾ ਸ਼ੇਖੂਪੁਰਾ, ਨਗਰ ਹੈ ਤਲਵੰਡੀ, ਰਾਏ ਭੋਏ ਦੀ ਆਬਾਦ ਕੀਤੀ ਹੋਈ ਤਲਵੰਡੀ, ਜਿਹਨੂੰ ਅੱਜ ਕੱਲ੍ਹ ਨਨਕਾਣਾ ਸਾਹਿਬ ਦੇ ਨਾਮ ਦੇ ਨਾਲ ਦੁਨੀਆ ਜਾਣਦੀ ਹੈ। ਸਤਿਕਾਰਯੋਗ ਪਿਤਾ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਆਗਮਨ ਹੋਇਆ। ਔਰ ਭਾਈ ਗੁਰਦਾਸ ਸਤਿਗੁਰਾਂ ਦੇ ਆਗਮਨ ਦੀ ਗੱਲ ਕਰਦਿਆਂ, ਪ੍ਰਕਾਸ਼ ਦੀ ਗੱਲ ਕਰਦਿਆਂ ਬਚਨ ਕਰਦੇ ਹਨ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੀ ਪਠਾਇਆ। ਕਿ ਮਨੁੱਖਤਾ ਦੀ ਪੁਕਾਰ ਅਕਾਲ ਪੁਰਖ ਵਾਹਿਗੁਰੂ ਨੇ ਸੁਣੀ ਔਰ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੰਸਾਰ ਅੰਦਰ ਭੇਜਿਆ। ਇਥੋਂ ਨਨਕਾਣਾ ਸਾਹਿਬ ਤੋਂ ਗੁਰੂ ਮਹਾਰਾਜ ਜੀ ਦੇ ਜੀਵਨ ਸਫਰ ਦੀ ਆਰੰਭਤਾ ਹੋਈ ਔਰ ਗੁਰੂ ਨਾਨਕ ਬਾਬਾ ਜੀ ਦੀ ਸਰੀਰਕ ਉਮਰ ਹੈ 70 ਸਾਲ 5 ਮਹੀਨੇ। ਕਰਤਾਰਪੁਰ ਸਾਹਿਬ ਵਿਖੇ 1539 ਚ ਗੁਰੂ ਸਾਹਿਬ ਜੀ ਨੇ ਸਰੀਰ ਰੂਪੀ ਚੋਲਾ ਛੱਡਿਆ, ਜੋਤੀ ਜੋਤ ਸਮਾਏ। ਹੁਣ ਵੇਖੋ, ਸਰੀਰਕ ਤੌਰ ਤੇ 70 ਸਾਲ 5 ਮਹੀਨੇ ਗੁਰੂ ਨਾਨਕ ਮਹਾਰਾਜ ਇਸ ਮਾਤ ਲੋਕ ਚ ਸੰਸਾਰ ਚ ਰਹੇ, ਫਿਰ ਜੋਤੀ ਜੋਤ ਸਮਾ ਗਏ। ਗੁਰਗੱਦੀ ਦੀ ਦਾਤ ਭਾਈ ਲਹਿਣੇ ਨੂੰ ਬਖਸ਼ੀ। ਉਹ ਲਹਿਣੇ ਤੋਂ ਗੁਰੂ ਅੰਗਦ ਬਣੇ, ਜਿਹਦੇ ਬਾਰੇ ਗੁਰਬਾਣੀ ਚ ਬਚਨ ਆਉਂਦੇ ਹਨ ਕਿ ਜੋਤ ਓਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀ। ਗੁਰੂ ਨਾਨਕ ਸਰੀਰਕ ਤੌਰ ਤੇ ਭਾਵੇਂ 70 ਸਾਲ 5 ਮਹੀਨੇ ਰਹੇ, ਪਰ ਗੁਰੂ ਰੂਪ ਦੇ ਵਿੱਚ ਉਹ ਹਾਜ਼ਰ ਨਾਜ਼ਰ ਹਨ, ਅਟਲ ਹਨ, ਕਿਉਂਕਿ ਗੁਰੂ ਮਰਦਾ ਨਹੀਂ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਿਹਾ ਸਮਾ। ਉਸ ਸਰੀਰ ਦੇ ਅੰਦਰ ਜਿਹੜਾ ਗੁਰੂ ਸੀ ਨਾ, ਉਹ ਭਾਈ ਲਹਿਣੇ ਦੇ ਅੰਦਰ ਵਸ ਗਿਆ, ਉਹ ਗੁਰੂ ਨਾਨਕ ਬਣ ਗਏ। ਇਸੇ ਤਰ੍ਹਾਂ ਉਹ ਗੁਰੂ ਅੰਗਦ ਦੇਵ ਮਹਾਰਾਜ, ਉਹਨਾਂ ਦਾ ਵੀ ਸਰੀਰ ਦਾ ਇੱਕ ਸਮਾਂ ਸੀ, ਜੋਤੀ ਜੋਤ ਸਮਾਏ। ਫਿਰ ਗੁਰੂ ਅਮਰਦਾਸ ਸਾਹਿਬ ਦੇ ਅੰਦਰ ਉਹ ਜੋਤ ਵਰਤੀ ਔਰ ਉਹੀ ਜੋਤ ਅੱਜ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 'ਚ ਹਾਜ਼ਰ ਨਾਜ਼ਰ ਹੈ। ਆਪਾਂ ਇੱਦਾਂ ਮਹਿਸੂਸ ਕਰੀਏ ਕਿ ਗੁਰੂ ਨਾਨਕ ਜੀ ਦੀ ਹਜ਼ੂਰੀ 'ਚ ਹੀ ਬੈਠੇ ਹਾਂ, ਗੁਰੂ ਨਾਨਕ ਜੀ ਦੇ ਕੋਲ ਹੀ ਬੈਠੇ ਹਾਂ। ਗੁਰੂ ਅੱਜ ਵੀ ਸਾਡੇ ਤੋਂ ਦੂਰ ਨਹੀਂ ਹੈ। ਹਾਂ, ਹੋ ਸਕਦਾ ਹੈ ਅਸੀਂ ਨਾ ਸਮਝ ਪਾਈਏ, ਅਸੀਂ ਨਾ ਮਹਿਸੂਸ ਕਰ ਪਾਈਏ ਕਿ ਗੁਰੂ ਸਾਡੇ ਕੋਲ ਹੈ। ਇਹਦੇ 'ਚ ਵੇਖੋ, ਅੱਜ ਦੀ ਗੱਲ ਹੀ ਨਹੀਂ ਹੈ। ਉਹ ਜਦੋਂ ਉਹ ਗੁਰੂ ਨਾਨਕ ਜੀ ਦਾ ਜੀਵਨ ਦਾ ਸਮਾਂ ਸੀ, ਉਦੋਂ ਵੀ ਬੜੇ ਲੋਕ ਐਸੇ ਸਨ ਜਿਹੜੇ ਗੁਰੂ ਨਾਨਕ ਜੀ ਦੇ ਕੋਲ ਬੈਠਿਆਂ ਵੀ ਮਹਿਸੂਸ ਨਹੀਂ ਕਰ ਸਕੇ, ਸਮਝ ਨਹੀਂ ਸਕੇ ਕਿ ਅਸੀਂ ਗੁਰੂ ਨਾਨਕ ਨਿਰੰਕਾਰ ਦੇ ਕੋਲ ਬੈਠੇ ਹਾਂ। ਜਿਨ੍ਹਾਂ ਨੇ ਕਿਹਾ ਭੂਤਨਾ ਹੈ, ਜਿਨ੍ਹਾਂ ਕਿਹਾ ਬੇਤਾਲਾ ਹੈ, ਜਿਨ੍ਹਾਂ ਨੇ ਹੋਰ ਤਰ੍ਹਾਂ ਤਰ੍ਹਾਂ ਦੇ ਬੋਲ ਬੋਲੇ, ਉਹਨਾਂ ਨੇ ਗੁਰੂ ਨਾਨਕ ਜੀ ਨੂੰ ਪਰਮੇਸ਼ਰ ਥੋੜ੍ਹਾ ਸਮਝਿਆ ਸੀ। ਜਿਨ੍ਹਾਂ ਨੇ ਪੱਥਰ ਮਾਰੇ, ਉਹਨਾਂ ਨੇ ਗੁਰੂ ਨਾਨਕ ਜੀ ਨੂੰ ਪਰਮੇਸ਼ਰ ਥੋੜ੍ਹਾ ਸਮਝਿਆ ਸੀ। ਪਰ ਭਾਈ ਮਰਦਾਨੇ ਨੇ ਪਰਮੇਸ਼ਰ ਸਮਝਿਆ, ਭਾਈ ਲਾਲੋ ਨੇ ਪਰਮੇਸ਼ਰ ਸਮਝਿਆ, ਭੈਣ ਨਾਨਕੀ। ਵੇਖੋ, ਗੁਰੂ ਨਾਨਕ ਮਹਾਰਾਜ ਜੀਆਂ ਦਾ ਜਿਹੜਾ ਆਪਣਾ ਇੱਕ ਨਿੱਜੀ ਪਰਿਵਾਰ ਸੀ ਨਾ, ਵੈਸੇ ਤੇ ਗੁਰੂ ਦਾ ਪਰਿਵਾਰ ਆਪਾਂ ਸਾਰੇ ਹੀ ਆ ਗੁਰੂ ਦੇ ਬੱਚੇ,
ਪਰ ਜਿਹੜਾ ਉਹ ਇੱਕ ਪਰਿਵਾਰ ਸੀ, ਉਹਦੇ 'ਚ ਸਭ ਤੋਂ ਜ਼ਿਆਦਾ ਭਰੋਸਾ ਸੀ ਭੈਣ ਨਾਨਕੀ ਦੇ ਮਨ ਅੰਦਰ ਗੁਰੂ ਨਾਨਕ ਮਹਾਰਾਜ ਜੀ ਦੇ ਪ੍ਰਤੀ। ਉਹਨਾਂ ਨੇ ਹਮੇਸ਼ਾ ਗੁਰੂ ਨਾਨਕ ਨੂੰ ਪਰਮੇਸ਼ਰ ਸਮਝਿਆ। ਤੇ ਸਾਡਾ ਇਤਿਹਾਸ ਇਹ ਕਹਿੰਦਾ ਬੀਬੀਆਂ ਭੈਣਾਂ ਦੇ ਲਈ ਇਹ ਬੜੇ ਮਾਣ ਤੇ ਫਖਰ ਵਾਲੀ ਗੱਲ ਹੈ ਕਿ ਗੁਰੂ ਨਾਨਕ ਮਹਾਰਾਜ ਜੀ ਦਾ ਸਭ ਤੋਂ ਪਹਿਲਾ ਸਿੱਖ ਆਦਮੀ ਨਹੀਂ ਸੀ, ਇਸਤਰੀ ਸੀ ਭੈਣ ਨਾਨਕੀ। ਸਭ ਤੋਂ ਪਹਿਲਾ ਸਿੱਖ ਭੈਣ ਨਾਨਕੀ। ਉਹਨਾਂ ਨੇ ਗੁਰੂ ਨਾਨਕ ਤੇ ਭਰੋਸਾ ਕਰਕੇ ਕਿਹਾ ਇਹ ਪਰਮੇਸ਼ਰ ਹੈ। ਇੱਥੋਂ ਤੱਕ ਕਿ ਜਦੋਂ ਬਾਬਾ ਜੀ ਵੇਈ ਨਦੀ ਦੇ ਵਿੱਚ ਇਸ਼ਨਾਨ ਦੇ ਲਈ ਗਏ, ਵਾਪਸ ਨਾ ਆਏ, ਰੌਲਾ ਪੈ ਗਿਆ ਸਾਰੇ ਪਾਸੇ। ਤਰ੍ਹਾਂ ਤਰ੍ਹਾਂ ਦੇ ਬੋਲ ਲੋਕਾਂ ਨੇ ਕਹੇ। ਕਿਸੇ ਨੇ ਕਿਹਾ ਪਤਾ ਨਹੀਂ ਕੀ ਭਾਣਾ ਵਰਤ ਗਿਆ, ਕਿਧਰੇ ਨਹਾਉਣ ਗਏ, ਡੋਬੀ ਨਾ ਗਏ ਹੋਣ, ਕੀ ਪਤਾ ਵਾਪਸ ਹੀ ਨਹੀਂ ਆਏ ਹਨ, ਸਵੇਰੇ ਸਵੇਰੇ ਗਏ ਸਨ। ਤੇ ਜਦੋਂ ਭੈਣ ਨਾਨਕੀ ਨੂੰ ਕਿਹਾ ਨਾ ਕਿ ਭੈਣ ਜੀ ਤੁਹਾਡੇ ਭਰਾ ਗੁਰੂ ਨਾਨਕ ਮਹਾਰਾਜ ਦਾ ਕੋਈ ਪਤਾ ਨਹੀਂ ਲੱਗ ਰਿਹਾ ਹੈ, ਖਬਰਾਂ ਘਰ ਤੱਕ ਪਹੁੰਚੀਆਂ, ਕਿਉਂਕਿ ਸੁਲਤਾਨਪੁਰ ਲੋਧੀ ਭੈਣ ਨਾਨਕੀ ਵਿਆਹੇ ਹੋਏ ਸਨ, ਰਹਿੰਦੇ ਸਨ। ਉੱਥੇ ਹੀ ਗੁਰੂ ਨਾਨਕ ਮਹਾਰਾਜ ਮੋਦੀ ਖਾਨੇ 'ਚ ਮੋਦੀ ਦੀ ਕਿਰਤ ਕਰਦੇ ਸਨ, ਪਰ ਰਿਹਾਇਸ਼ ਵੱਖਰੀ ਵੱਖਰੀ ਸੀ। ਮਹਾਰਾਜ ਜੀ ਦੀ ਰਿਹਾਇਸ਼ ਉੱਥੇ ਹੀ ਸੀ ਜਿੱਥੇ ਮੋਦੀ ਖਾਨਾ ਹੈ, ਭੈਣ ਨਾਨਕੀ ਦੀ ਰਿਹਾਇਸ਼ ਵੱਖਰੀ ਜਗ੍ਹਾ ਤੇ ਸੀ, ਉਹਨਾਂ ਦਾ ਆਪਣਾ ਘਰ। ਉਹਨਾਂ ਤੱਕ ਜਦੋਂ ਇਹ ਖਬਰ ਪਹੁੰਚੀ ਤੁਹਾਡੇ ਭਰਾ ਦਾ ਪਤਾ ਨਹੀਂ ਲੱਗ ਰਿਹਾ ਕਿੱਥੇ, ਕਹਿਣ ਲੱਗੇ ਕੋਈ ਨਾ, ਨਹਾਉਣ ਗਏ ਨੇ, ਆ ਜਾਣਗੇ। ਉਹ ਦੂਜਾ ਆ ਕੇ ਕਹਿਣ ਲੱਗਾ ਜੀ ਨਹੀਂ ਲੱਭ ਰਹੇ ਨੇ, ਵਾਪਸ ਨਹੀਂ ਆਏ, ਰੋਜ਼ ਨਹਾ ਕੇ ਆ ਜਾਂਦੇ, ਅੱਜ ਨਹੀਂ ਆਏ। ਤੀਜੇ ਨੇ ਆ ਕੇ ਕਿਹਾ ਭੈਣ ਜੀ ਲੱਗਦਾ ਕੋਈ ਰੱਬ ਦਾ ਭਾਣਾ ਵਰਤ ਗਿਆ, ਗੁਰੂ ਨਾਨਕ ਕਿਧਰੇ ਵੇਈ 'ਚ ਡੋਬੀ ਨਾ ਗਏ ਹੁਣ। ਭੈਣ ਨਾਨਕੀ ਕਹਿਣ ਲੱਗੇ ਏਦਾਂ ਨਾ ਵੇਖੋ, ਮੈਂ ਗੱਲ ਇਹ ਕਹਿਣਾ ਚਾਹੁੰਦਾ ਹਾਂ ਕਿ ਜੇ ਗੁਰੂ ਨਾਨਕ ਜੀ ਦੀਆਂ ਖੁਸ਼ੀਆਂ ਲੈਣੀਆਂ ਨੇ ਨਾ, ਭਰੋਸਾ ਸਾਨੂੰ ਭੈਣ ਨਾਨਕੀ ਵਰਗਾ, ਭਾਈ ਲਾਲੋ ਵਰਗਾ, ਭਾਈ ਮਰਦਾਨੇ ਵਰਗਾ, ਭਾਈ ਲਹਿਣੇ ਵਰਗਾ ਬਣਾਉਣਾ ਪਏਗਾ। ਗੁਰੂ ਨਾਨਕ ਦੀਆਂ ਖੁਸ਼ੀਆਂ ਸਾਡੀ ਝੋਲੀ 'ਚ ਪੈ ਜਾਣਗੀਆਂ। ਉਹ ਕਹਿਣ ਲੱਗੇ ਭੈਣ ਨਾਨਕੀ ਜੀ ਗੁਰੂ ਨਾਨਕ ਬਾਬਾ ਜੀ ਦਾ ਪਤਾ ਨਹੀਂ ਲੱਗ ਰਿਹਾ, ਲੱਗਦਾ ਵੇਈ 'ਚ ਡੁੱਬ ਗਏ ਨੇ। ਤੇ ਭੈਣ ਨਾਨਕੀ ਕਹਿਣ ਲੱਗੇ ਨਹੀਂ ਲੱਭ ਰਹੇ, ਗੱਲ ਵੱਖਰੀ ਹੈ, ਨਹੀਂ ਪਤਾ ਲੱਗ ਰਿਹਾ ਗੁਰੂ ਨਾਨਕ ਸਾਹਿਬ ਕਿੱਥੇ ਨੇ, ਗੱਲ ਵੱਖਰੀ ਹੈ। ਪਰ ਏਦਾਂ ਨਾ ਕਹੋ ਕਿ ਗੁਰੂ ਨਾਨਕ ਡੁੱਬ ਗਏ ਹਨ, ਇਹ ਗੱਲ ਨਾ ਕਹੋ ਕਿ ਗੁਰੂ ਨਾਨਕ ਡੁੱਬ ਗਏ ਹਨ। ਉਹ ਕਹਿਣ ਲੱਗੇ ਜੀ ਕਿੱਦਾਂ ਨਾ ਕਹੀਏ ਜਦੋਂ ਲੱਭ ਹੀ ਨਹੀਂ ਰਹੇ, ਪਤਾ ਹੀ ਨਹੀਂ ਲੱਗ ਰਿਹਾ। ਭੈਣ ਨਾਨਕੀ ਕਹਿਣ ਲੱਗੇ ਮੇਰਾ ਮਨ ਕਹਿੰਦਾ, ਮੇਰਾ ਭਰੋਸਾ ਕਹਿੰਦਾ ਹੈ ਕਿ ਹੋਰ ਕੁਝ ਵੀ ਹੋ ਜਾਵੇ ਪਰ ਗੁਰੂ ਨਾਨਕ ਡੁੱਬ ਨਹੀਂ ਸਕਦੇ, ਹੋਰ ਜੋ ਮਰਜ਼ੀ ਹੋ ਜਾਏ। ਉਹ ਕਹਿਣ ਲੱਗੇ ਲੋਕ ਕਿ ਜੀ ਤੁਸੀਂ ਇੰਨੇ ਭਰੋਸੇ ਦੇ ਨਾਲ ਕਿੱਦਾਂ ਕਹਿ ਸਕਦੇ ਹੋ ਕਿ ਗੁਰੂ ਨਾਨਕ ਨਹੀਂ ਡੁੱਬੇ ਹਨ। ਤੇ ਉੱਥੇ ਭੈਣ ਨਾਨਕੀ ਨੇ ਕਿਹਾ ਸੀ ਓਏ ਕਮਲਿਓ, ਜਿਹੜਾ ਦੁਨੀਆ ਨੂੰ ਤਾਰਨ ਦੇ ਲਈ ਆਇਆ ਹੋਵੇ ਕਦੇ ਡੁੱਬ ਥੋੜਾ ਸਕਦਾ ਹੈ, ਉਹ ਤੇ ਦੁਨੀਆ ਨੂੰ ਤਾਰਨ ਦੇ ਲਈ ਆਇਆ ਹੈ। ਕੱਲ ਤਾਰਨ ਗੁਰੂ ਨਾਨਕ ਆਇਆ ਤੇ ਜਦੋਂ ਧੰਨ ਗੁਰੂ ਨਾਨਕ ਮਹਾਰਾਜ ਉਥੋਂ ਪ੍ਰਗਟ ਹੋਏ, ਜਿੱਥੇ ਦੁਨੀਆ ਨੇ ਗੁਰੂ ਨਾਨਕ ਜੀ ਦੇ ਚਰਨਾਂ 'ਚ ਸਿਰ ਝੁਕਾਇਆ, ਉੱਥੇ ਸਿਰ ਝੁਕਾਇਆ ਗਿਆ ਭੈਣ ਨਾਨਕੀ ਦੇ ਭਰੋਸੇ ਨੂੰ ਕਿ ਸਾਰਿਆਂ ਦਾ ਮਨ ਡੋਲ ਗਿਆ ਸੀ, ਪਰ ਭੈਣ ਜੀ ਤੁਹਾਡਾ ਮਨ ਨਹੀਂ ਸੀ ਡੋਲਿਆ। ਧੰਨ ਹੈ ਤੁਹਾਡਾ ਗੁਰੂ ਨਾਨਕ ਜੀ ਤੇ ਸਿਦਕ, ਭਰੋਸਾ ਤੇ ਵਿਸ਼ਵਾਸ। ਧੰਨ ਗੁਰੂ ਨਾਨਕ ਮਹਾਰਾਜ ਨੂੰ ਭੈਣ ਨਾਨਕੀ ਜੀ ਦੀ ਤਰ੍ਹਾਂ ਆਪਣਾ ਸਮਝੀਏ। ਗੁਰੂ ਨਾਨਕ ਵੇਖੋ, ਆਪਾਂ ਇਤਿਹਾਸ 'ਚ ਪੜ੍ਹਦੇ ਹਾਂ ਕਿ ਗੁਰੂ ਨਾਨਕ ਮਹਾਰਾਜ ਕਿਉਂਕਿ ਦੇਸਾਂ ਪ੍ਰਦੇਸਾਂ 'ਚ ਉਹ ਗਏ, ਦੂਰ ਬੈਠੇ ਵੀ ਕਹਿੰਦੇ ਹਨ ਭਾਈ ਮਰਦਾਨਾ ਜੀ ਨੂੰ ਕਿ ਚਲੋ ਸੁਲਤਾਨਪੁਰ ਲੋਧੀ ਚਲੀਏ, ਭੈਣ ਨਾਨਕੀ ਚੇਤੇ ਕਰ ਰਹੇ ਹਨ। ਉਹ ਅੰਦਰ ਦਾ ਇੱਕ ਇੰਨਾ ਲਗਾ, ਇੱਕ ਇੰਨੀ ਖਿੱਚ ਬਣ ਚੁੱਕੀ ਸੀ ਕਿ ਜਦੋਂ ਭੈਣ ਨਾਨਕੀ ਗੁਰੂ ਨਾਨਕ ਨੂੰ ਚੇਤੇ ਕਰਦੇ ਨੇ, ਮਹਾਰਾਜ ਕਹਿੰਦੇ ਨੇ ਚਲੋ ਭਾਈ ਮਰਦਾਨਾ ਜੀ। ਇੱਕ ਪਿਆਰ, ਇੱਕ ਭਰੋਸਾ, ਇੱਕ ਵਿਸ਼ਵਾਸ। ਖੈਰ, ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਜਦੋਂ ਆਪਾਂ ਜੀਵਨ ਦਾ ਸਫ਼ਰ ਵੇਖਦੇ ਹਾਂ ਤੇ 70 ਸਾਲ ਦੀ ਸਰੀਰਕ ਉਮਰ ਦੇ ਵਿੱਚੋਂ ਕਰੀਬਨ 20 ਸਾਲ ਗੁਰੂ ਨਾਨਕ ਮਹਾਰਾਜ ਜੀ ਉਦਾਸੀਆਂ ਤੇ ਬਾਹਰ ਵਿਚਰੇ ਹਨ, ਦੇਸਾਂ ਪ੍ਰਦੇਸਾਂ ਦੇ ਵਿੱਚ। ਬਾਕੀ ਦੇ ਜਿਹੜੇ ਉਹਨਾਂ ਦੇ ਜੀਵਨ ਦੇ ਕਰੀਬਨ 50 ਸਾਲ ਹਨ,
ਉਹ ਮਹਾਰਾਜ ਜੀ ਨੇ 3 ਸ਼ਹਿਰਾਂ ਦੇ ਵਿੱਚ ਬਤੀਤ ਕੀਤੇ ਹਨ। ਪਹਿਲੇ ਨੰਬਰ ਤੇ ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਵਿਖੇ ਬਚਪਨ ਦਾ ਲੰਬਾ ਸਮਾਂ ਮਹਾਰਾਜ ਜੀ ਨੇ ਬਤੀਤ ਕੀਤਾ। ਪਿਛਲੇ ਦਿਨੀ ਗੁਰਪੁਰਬ ਵਾਲੇ ਦਿਨ ਵੀ ਆਪਾਂ ਉਥੋਂ ਨਨਕਾਣਾ ਸਾਹਿਬ ਦੇ ਬਾਰੇ ਬਹੁਤ ਸਾਰੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਸੀ ਕਿ ਉੱਥੇ ਪੰਡਤ ਹਰਦਿਆਲ ਨੂੰ ਉਪਦੇਸ਼ ਦਿੱਤਾ, ਗੋਪਾਲ ਪਾਂਡੇ ਨੂੰ ਉਪਦੇਸ਼ ਦਿੱਤਾ। ਉੱਥੇ ਰਹਿੰਦਿਆਂ ਹੀ ਗੁਰੂ ਨਾਨਕ ਮਹਾਰਾਜ ਜੀ ਨੇ ਸੱਚਾ ਸੌਦਾ ਕਰਦਿਆਂ ਹੋਇਆਂ ਤੇ ਗੁਰੂ ਘਰ ਦੇ ਲੰਗਰਾਂ ਦੀ ਜਿਹੜੀ ਪਰੰਪਰਾ ਹੈ ਉਹਦੀ ਆਰੰਭਤਾ ਕੀਤੀ ਸੀ। 20 ਰੁਪਈਆਂ ਦਾ ਭੁੱਖੇ ਲੋੜਵੰਦ ਲੋਕਾਂ ਨੂੰ ਭੋਜਨ ਛਕਾ ਕੇ। ਹਾਲਾਂਕਿ ਅੱਜ ਵੇਖੋ ਆਪਾਂ, ਕਿਉਂਕਿ ਸਾਡੀ ਆਪਣੀ ਥਿੰਕ ਸੋਚ ਬਣ ਚੁੱਕੀ ਹੈ, ਲੰਗਰ ਤੇ ਵੀ ਕਈ ਪ੍ਰਕਾਰ ਦਾ ਕਿੰਤੂ ਪਰੰਤੂ ਕਰਦੇ ਹਾਂ, ਪਰ ਇਹ ਜਿਹੜੀ ਲੰਗਰ ਦੀ ਪਰੰਪਰਾ ਹੈ ਸਾਡੇ ਗੁਰੂ ਨਾਨਕ ਬਾਬਾ ਜੀ ਨੇ ਆਪਣੇ ਮੂੰਹ ਤੇ ਚਪੇੜਾਂ ਖਾ ਕੇ ਲੰਗਰ ਦੀ ਪਰੰਪਰਾ ਨੂੰ ਆਰੰਭ ਕੀਤਾ ਹੈ। ਜਦੋਂ 20 ਰੁਪਈਆਂ ਦਾ ਲੋੜਵੰਦਾਂ ਨੂੰ ਪ੍ਰਸ਼ਾਦਾ ਪਾਣੀ ਲੰਗਰ ਛਕਾ ਕੇ ਆਏ ਸਨ ਤੇ ਉਸ ਵਕਤ ਦੇ 20 ਰੁਪਈਏ ਕੋਈ ਛੋਟੀ ਰਕਮ ਨਹੀਂ ਸੀ। ਮਹਿਤਾ ਕਾਲੂ ਜੀ ਨੇ ਭੇਜਿਆ ਸੀ ਕੋਈ ਵੱਡਾ ਵਪਾਰ ਕਰਕੇ ਮੇਰਾ ਪੁੱਤ ਆਏਗਾ। ਤੇ ਜਦੋਂ ਮਹਾਰਾਜ ਜੀ ਨੇ ਉਹ ਲੋੜਵੰਦਾਂ ਦੀ ਸੇਵਾ ਕਰ ਦਿੱਤੀ, ਮਹਿਤਾ ਕਾਲੂ ਜੀ ਦੇ ਲਈ ਇਹ ਗੱਲ ਨੂੰ ਬਰਦਾਸ਼ਤ ਕਰਨਾ ਔਖਾ ਸੀ ਕਿ 20 ਰੁਪਈਏ ਬਸ ਇਦਾਂ ਹੀ ਦੂਜਿਆਂ ਨੂੰ ਖਵਾ ਦੇਣੇ। ਉਹ ਸਾਡਾ ਇਤਿਹਾਸ ਕਹਿੰਦਾ ਮਹਾਰਾਜ ਜੀ ਦੇ ਮੂੰਹ ਤੇ ਮਹਿਤਾ ਕਾਲੂ ਨੇ ਚਪੇੜਾਂ ਤੱਕ ਮਾਰ ਦਿੱਤੀਆਂ ਸੀ, ਤੂੰ ਮੇਰੇ 20 ਰੁਪਈਏ ਉਜਾੜ ਦਿੱਤੇ ਨੇ। ਉੱਥੇ ਵੀ ਭੈਣ ਨਾਨਕੀ ਨੇ ਅੱਗੇ ਹੋ ਕੇ ਹੱਥ ਫੜਿਆ ਸੀ ਕਿ ਪਿਤਾ ਜੀ ਮੇਰੇ ਮੂੰਹ ਤੇ ਭਾਵੇਂ ਜਿੰਨੀਆਂ ਮਰਜ਼ੀ ਮਾਰ ਲਵੋ ਪਰ ਮੇਰੇ ਭਰਾ ਤੇ ਹੱਥ ਨਾ ਚੁੱਕੋ। ਇੱਥੋਂ ਤੱਕ ਕਿ ਜਿਹੜਾ ਨਗਰ ਦਾ ਰਾਜਾ ਸੀ ਰਾਏ ਬੁਲਾਰ, ਉਹਦਾ ਵੀ ਗੁਰੂ ਨਾਨਕ ਮਹਾਰਾਜ ਜੀ ਤੇ ਬੜਾ ਭਰੋਸਾ ਸੀ। ਉਹਨੂੰ ਜਦੋਂ ਪਤਾ ਲੱਗਿਆ ਨਾ ਕਿ ਮਹਿਤਾ ਕਾਲੂ ਨੇ 20 ਰੁਪਈਆਂ ਬਦਲੇ ਗੁਰੂ ਨਾਨਕ ਜੀ ਤੇ ਹੱਥ ਚੁੱਕਿਆ ਹੈ, ਉਹਨੇ ਤੁਰੰਤ ਮਹਿਤਾ ਕਾਲੂ ਨੂੰ ਆਪਣੇ ਕੋਲ ਸੱਦ ਲਿਆ। ਕਹਿਣ ਲੱਗੇ ਮਹਿਤਾ ਕਾਲੂ ਇਹ ਕੀ ਕੀਤਾ ਈ? ਉਹ ਸਾਰੇ ਲੋਕ ਕਹਿੰਦੇ ਨੇ ਨਾਨਕ ਨਿਰੰਕਾਰ ਹੈ, ਪਰਮੇਸ਼ਰ ਹੈ, ਲੋਕ ਤੇ ਚਰਨਾਂ 'ਚ ਸਿਰ ਝੁਕਾਉਂਦੇ ਪਏ ਨੇ, ਤੂੰ ਚਪੇੜਾ ਮਾਰ ਰਿਹਾ। ਮਹਿਤਾ ਕਾਲੂ ਕਹਿਣ ਲੱਗੇ ਮਾਰਾ ਨਾ ਹੋਰ ਕੀ ਕਰਾਂ, ਮੇਰੇ 20 ਰੁਪਈਏ ਉਜਾੜ ਆਇਆ ਹੈ। ਤੇ ਉੱਥੇ ਰਾਏ ਬੁਲਾਰ ਨੇ ਕਿਹਾ ਸੀ ਇੱਕ ਤੇ ਆਪਣੇ, ਕਿਉਂਕਿ ਉਹਦੇ ਬਜ਼ੁਰਗ ਸਨ, ਰਾਏ ਬੁਲਾਰ ਦੇ ਬਜ਼ੁਰਗ ਸਨ ਰਾਏ ਭੋਏ, ਜਿਨ੍ਹਾਂ ਨੇ ਤਲਵੰਡੀ ਨਗਰ ਵਸਾਇਆ ਸੀ। ਤਲਵੰਡੀ ਬੜੀਆਂ ਤਲਵੰਡੀਆਂ ਨੇ ਪੰਜਾਬ ਦੇ ਵਿੱਚ, ਵੱਖਰੇ ਵੱਖਰੇ ਲੋਕਾਂ ਦੀਆਂ ਵਸਾਈਆਂ ਹੋਈਆਂ, ਕੋਈ ਤਲਵੰਡੀ ਲਾਲ ਸਿੰਘ, ਕੋਈ ਤਲਵੰਡੀ ਹੋਰ ਕਿਸੇ ਦੇ ਨਾਮ ਦੇ ਨਾਲ ਹੈ, ਪਰ ਇਹ ਰਾਏ ਭੋਏ ਦੀ ਆਬਾਦ ਕੀਤੀ ਤਲਵੰਡੀ ਸੀ। ਰਾਏ ਬੁਲਾਰ ਨੇ ਹੀ ਕਿਹਾ ਸੀ ਕਿ ਮੇਰੇ ਬਜ਼ੁਰਗਾਂ ਨੇ ਪਤਾ ਨਹੀਂ ਕਿੱਦਾਂ ਲੋਕਾਂ ਕੋਲੋਂ ਜ਼ਮੀਨਾਂ ਖੋ ਕੇ ਨਗਰ ਵਸਾਇਆ ਹੋਵੇਗਾ। ਉਹਨਾਂ ਦੀਆਂ ਪੁਸ਼ਤਾਂ ਅੱਗੇ ਲੋਕ ਜਿਨ੍ਹਾਂ ਦੀਆਂ ਜ਼ਮੀਨਾਂ ਖੋਹੀਆਂ ਗਈਆਂ, ਉਹ ਜਦੋਂ ਪਿੰਡ ਨੂੰ ਯਾਦ ਕਰਿਆ ਕਰਨਗੇ ਮੇਰੇ ਬਜ਼ੁਰਗਾਂ ਨੂੰ ਬਦਦੁਆਵਾਂ ਦਿਆ ਕਰਨਗੇ। ਇਸ ਕਰਕੇ ਮੈਂ ਅੱਜ ਤੋਂ ਇਸ ਨਗਰ ਦਾ ਨਾਮ ਹੀ ਰਾਏ ਭੋਏ ਦੀ ਤਲਵੰਡੀ ਤੋਂ ਬਦਲ ਕੇ ਬਾਬਾ ਨਾਨਕ ਜੀ ਦੇ ਨਾਮ ਤੇ ਨਨਕਾਣਾ ਸਾਹਿਬ ਰੱਖਦਾ। ਉਹਨਾਂ ਨੇ ਕਿਹਾ ਸੀ ਕਿ ਮਹਿਤਾ ਕਾਲੂ ਗੁਰੂ ਨਾਨਕ ਭਾਵੇਂ ਸਾਰੀ ਦੀ ਸਾਰੀ ਤਲਵੰਡੀ ਦੂਜਿਆਂ 'ਚ ਵੰਡ ਦਵੇ, ਪਰ ਅੱਜ ਤੋਂ ਬਾਅਦ ਤੂੰ ਕਦੇ ਮੇਰੇ ਗੁਰੂ ਨਾਨਕ ਬਾਬੇ ਤੇ ਹੱਥ ਨਾ ਚੁੱਕੀ। ਭਰੋਸਾ ਵੇਖੋ, ਇਹ ਬੜੀਆਂ ਘਟਨਾਵਾਂ ਹਨ ਜਿਹੜੀਆਂ ਰਾਏ ਭੋਏ ਦੀ ਤਲਵੰਡੀ ਵਿਖੇ ਵਰਤੀਆਂ। ਸਾਡੇ ਕੋਲ ਸਮਾਂ ਥੋੜਾ, ਆਪਾਂ ਤਿੰਨਾਂ ਹੀ ਸ਼ਹਿਰਾਂ ਬਾਰੇ ਥੋੜਾ ਵਿਚਾਰਾਂਗੇ। ਦੂਜੇ ਨੰਬਰ ਤੇ ਮਹਾਰਾਜ ਸੁਲਤਾਨਪੁਰ ਲੋਧੀ ਰਹੇ ਸਨ, ਜਿੱਥੇ ਮਹਾਰਾਜ ਜੀ ਨੇ ਤਲਵੰਡੀ ਵਿਖੇ ਲੰਗਰ ਦੀ ਪਰੰਪਰਾ ਨੂੰ ਆਰੰਭ ਕੀਤਾ। ਉੱਥੇ ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਮਹਾਰਾਜ ਜੀ ਨੇ ਸਾਨੂੰ ਸਿਖਾਇਆ ਕਿ ਜੇ ਅਸੀਂ ਧਰਮ ਅਸਥਾਨ ਦੇ ਵਿੱਚ ਆਉਂਦੇ ਹਾਂ ਨਾ, ਇਕੱਲਾ ਤਨ ਕਰਕੇ ਨਾ ਬੈਠੀਏ, ਸਾਡਾ ਮਨ ਵੀ ਹਾਜ਼ਰ ਹੋਣਾ ਚਾਹੀਦਾ ਹੈ। ਜਦੋਂ ਮਹਾਰਾਜ ਨੇ ਇਹ ਕਿਹਾ ਸੀ ਮੈਂ ਕਿਹਦੇ ਨਾਲ ਨਮਾਜ਼ ਪੜ੍ਹਦਾ, ਸਾਖੀਆਂ ਆਪ ਜਾਣਦੇ ਹੋ। ਮਹਾਰਾਜ ਕਹਿਣ ਲੱਗੇ ਮੈਂ ਨਮਾਜ਼ ਕਿਹਦੇ ਨਾਲ ਪੜ੍ਹਦਾ? ਕਾਜੀ ਸਾਹਿਬ ਤੁਹਾਡਾ ਵੀ ਮਨ ਹਾਜ਼ਰ ਨਹੀਂ ਸੀ ਤੇ ਦੌਲਤ ਖਾਂ ਦਾ ਮਨ ਵੀ ਹਾਜ਼ਰ ਨਹੀਂ ਸੀ। ਜਦੋਂ ਵੀ ਆਪਾਂ ਵੇਖੋ ਇੱਥੇ ਗੁਰੂ ਕੇ ਦਰਬਾਰ ਦੇ ਵਿੱਚ ਬਹਿੰਦੇ ਹਾਂ, ਸਾਡਾ ਮਨ ਵੀ ਇੱਥੇ ਗੁਰੂ ਕੋਲ ਹਾਜ਼ਰ ਹੋਣਾ ਚਾਹੀਦਾ ਹੈ, ਤਨ ਵੀ ਹਾਜ਼ਰ ਹੋਣਾ ਚਾਹੀਦਾ। ਐਨ 100% ਗੁਰੂ ਕੇ ਦਰਬਾਰ ਦੇ ਵਿੱਚ ਜੁੜਾਂਗੇ, ਫਿਰ ਗੁਰੂ ਦੀਆਂ ਖੁਸ਼ੀਆਂ ਮਿਲਣੀਆਂ ਹਨ। ਉੱਥੇ ਜਿਹੜੀ ਆਪਾਂ ਇਹ ਪੜ੍ਹਦੇ ਹਾਂ ਕਿ ਮਹਾਰਾਜ ਨੇ 13 ਤੋਲਦਿਆਂ ਹੋਇਆ ਤੇ ਮੋਦੀ ਖਾਨੇ ਦੀ ਕਿਰਤ ਕੀਤੀ। ਇਤਿਹਾਸ ਦੀਆਂ ਜਿਹੜੀਆਂ ਵਿਚਾਰਾਂ ਨੇ ਬੜੀਆਂ ਗੰਭੀਰਤਾ ਦੇ ਨਾਲ ਤੇ ਕਈ ਪੱਖਾਂ ਤੋਂ ਵੱਖਰੇ ਐਂਗਲ ਤੋਂ ਘਟਨਾਵਾਂ ਨੂੰ ਵੇਖਿਆ ਜਾਂਦਾ ਹੈ।
ਇੱਕ ਤੇ ਆਪਾਂ ਇਹ ਵਿਆਖਿਆ ਕਰਦੇ ਹਾਂ ਕਿ ਮਹਾਰਾਜ ਗਿਣਤੀ ਕਰਦਿਆਂ ਜਦੋਂ 13 ਤੇ ਪਹੁੰਚਦੇ ਸਨ ਤੇ ਫਿਰ 13 ਕਰਦਿਆਂ ਹੀ ਉਹ ਝੋਲੀਆਂ ਭਰੀ ਜਾਂਦੇ ਸਨ। ਅਸਲ ਦੇ ਵਿੱਚ ਕੀ ਸੀ, ਮੋਦੀ ਖਾਨੇ ਦੀ ਜਿਹੜੀ ਕਿਰਤ ਹੈ ਨਾ, ਕਾਰੋਬਾਰ ਹੈ, ਮਾਲ ਵਿਭਾਗ ਦਾ ਕੰਮ, ਜਿੱਥੋਂ ਇੱਕੋ ਹੀ ਬੰਦਾ ਮਾਲ ਦੇਣ ਵਾਲਾ ਵੀ ਹੈ, ਮਾਲ ਲੈਣ ਵਾਲਾ ਵੀ ਹੈ। ਇਦਾਂ ਦੇ ਕੰਮਾਂ ਕਾਰਾਂ ਦੇ ਵਿੱਚ ਬੇਈਮਾਨੀ ਦੀਆਂ ਬੜੀਆਂ ਆਪਸ਼ਨ ਹੁੰਦੀਆਂ ਨੇ ਤੇ ਉਹ ਮੋਦੀ ਖਾਨੇ ਦੇ ਵਿੱਚ ਬੜੀ ਤਰ੍ਹਾਂ ਦੀ ਬੇਈਮਾਨੀ ਪਹਿਲਾਂ ਚੱਲਦੀ ਸੀ। ਜਦੋਂ ਮਹਾਰਾਜ ਉੱਥੇ ਗਏ, ਕਿਉਂਕਿ ਗੁਰੂ ਨਾਨਕ ਜੀ ਦਾ ਤੇ ਸਿਧਾਂਤ ਹੀ ਇਹ ਹੈ ਕਿ ਇਮਾਨਦਾਰੀ ਦੀ ਕਿਰਤ ਕਰੋ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ, ਕਿ ਦੂਜੇ ਦਾ ਹੱਕ ਮਾਰਨਾ ਮੁਰਦਾ ਖਾਣ ਦੇ ਬਰਾਬਰ ਹੈ। ਸਿੱਖ ਨੇ ਮੁਰਦਾ ਨਹੀਂ ਖਾਣਾ, ਬੜਾ ਹੱਕ ਨਹੀਂ ਮਾਰਨਾ। ਉਹ ਹੁਣ ਬੜੇ ਲੋਕ ਐਸੇ ਸਨ ਜਿਹੜੇ ਗੁਰੂ ਨਾਨਕ ਮਹਾਰਾਜ ਜੀ ਤੇ ਕਈ ਪ੍ਰਕਾਰ ਦੇ ਇਲਜ਼ਾਮ ਲਗਾਉਂਦੇ ਨੇ। ਦੌਲਤ ਰਾਏ ਨੂੰ ਕਹਿੰਦੇ ਨੇ ਜੀ ਇਹ ਤੇ ਐਵੇਂ ਹੀ ਲੋਕਾਂ 'ਚ ਵੰਡੀ ਜਾਂਦਾ, ਇਹਨੇ ਤੇ ਤੇਰਾ ਮੋਦੀ ਖਾਨਾ ਉਜਾੜ ਦੇਣਾ ਹੈ। ਤੇ ਇਤਿਹਾਸ ਕਹਿੰਦਾ ਕਈ ਵਾਰ ਮੋਦੀ ਖਾਨੇ ਦਾ ਨਾ ਹਿਸਾਬ ਕਿਤਾਬ ਹੋਇਆ, ਜਿਵੇਂ ਜਿਵੇਂ ਸ਼ਿਕਾਇਤਾਂ ਗੁਰੂ ਸਾਹਿਬ ਦੀਆਂ ਲੋਕ ਚੁਗਲਖੋਰ ਕਰਦੇ ਸਨ। ਕਿਉਂਕਿ ਉਹੀ ਗੱਲ ਜਿੱਥੋਂ ਆਪਾਂ ਸ਼ੁਰੂ ਕੀਤੀ ਸੀ ਕਿ ਗੱਲ ਮਹਿਸੂਸ ਕਰਨ ਦੀ ਹੈ। ਕੋਈ ਅੱਜ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠਾ ਸਮਝ ਸਕਦਾ ਮੈਂ ਗੁਰੂ ਨਾਨਕ ਦੇ ਕੋਲ ਬੈਠਾ ਹਾਂ, ਕੋਈ ਉਦੋਂ ਵੀ ਨਹੀਂ ਸੀ ਸਮਝਦਾ। ਉਹ ਕਈ ਵਾਰ ਹਿਸਾਬ ਕਿਤਾਬ ਹੋਇਆ, ਪਰ ਹਮੇਸ਼ਾ ਗੁਰੂ ਸਾਹਿਬ ਵਾਲੇ ਪਾਸੇ ਵਾਧਾ ਨਿਕਲਦਾ ਰਿਹਾ। ਤੇ ਜਿਨ੍ਹਾਂ ਨੂੰ ਮਹਾਰਾਜ ਬਹੁਤ ਸਾਰੀਆਂ ਦਾਤਾਂ ਬਖਸ਼ਦੇ ਸਨ, ਉਹਨਾਂ ਦੀ ਹਮਦਰਦੀ ਪਿਆਰ ਵੀ ਗੁਰੂ ਨਾਨਕ ਜੀ ਦੇ ਨਾਲ ਬਣ ਗਿਆ, ਕਿਉਂਕਿ ਗੁਰੂ ਨਾਨਕ ਯਾਰ ਗਰੀਬਾਂ ਦਾ। ਹੁਣ ਜਦੋਂ ਮਹਾਰਾਜ ਨੇ ਲੋੜਵੰਦਾਂ ਦੀ ਝੋਲੀ ਭਰਨੀ, ਉਹਨਾਂ ਨੇ ਕਹਿਣਾ ਮਹਾਰਾਜ ਤੁਸੀਂ ਸਾਨੂੰ ਥੋੜਾ ਦੇ ਦੇਵੋ, ਐਵੇਂ ਕੱਲ ਨੂੰ ਹਿਸਾਬ ਕਿਤਾਬ ਆਇਆ ਕੋਈ ਤੁਹਾਡੇ ਤੇ ਕੋਈ ਸ਼ੰਕਾ ਨਾ ਕਰੇ। ਤੇ ਕਿਉਂਕਿ ਗੁਰੂ ਨਾਨਕ ਵੇਖੋ ਇਮਾਨਦਾਰੀ ਦੀ ਕਿਰਤ ਕਰਨਾ ਸਿਖਾਉਂਦੇ ਨੇ। ਗੁਰੂ ਨਾਨਕ ਇਹ ਨਹੀਂ ਕਹਿੰਦੇ ਹਨ ਕਿ ਜਿਹੜੀ ਜ਼ਿੰਮੇਵਾਰੀ ਸਾਨੂੰ ਮਿਲੀ ਹੈ ਅਸੀਂ ਉਹ ਜ਼ਿੰਮੇਵਾਰੀ ਦੇ ਨਾਲ ਕੰਮ ਨਾ ਕਰੀਏ ਤੇ ਲਾਪਰਵਾਹੀ ਕਰਕੇ ਕਿਸੇ ਦਾ ਕਾਰੋਬਾਰ ਉਜਾੜ ਦਈਏ। ਇਹ ਗੁਰੂ ਨਾਨਕ ਦੀ ਵਿਚਾਰ ਨਹੀਂ ਹੈ। ਗੁਰੂ ਨਾਨਕ ਮਹਾਰਾਜ ਜੇ ਵੰਡਦੇ ਸਨ ਤੇ ਉਹਦੇ ਚੋਂ ਵੰਡਦੇ ਸਨ ਜਿਹੜਾ ਗੁਰੂ ਨਾਨਕ ਜੀ ਦਾ ਹਿੱਸਾ ਸੀ। ਦੌਲਤ ਖਾਂ ਦੇ ਮੋਦੀ ਖਾਨੇ ਨੂੰ ਨਹੀਂ ਸੀ ਉਜਾੜਦੇ। ਉਹ ਜਦੋਂ ਗਰੀਬਾਂ ਨੇ ਕਹਿਣਾ ਮਹਾਰਾਜ ਤੁਸੀਂ ਨਾ ਜ਼ਿਆਦਾ ਸਾਨੂੰ ਦਵੋ, ਕੋਈ ਨਾ ਅਸੀਂ ਗੁਜ਼ਾਰਾ ਕਰ ਲਵਾਂਗੇ, ਐਵੇਂ ਕੱਲ ਨੂੰ ਕੋਈ ਤੁਹਾਡੇ ਤੇ ਗੱਲ ਨਾ ਆਵੇ, ਤੇ ਮਹਾਰਾਜ ਨੇ ਕਹਿਣਾ ਚਿੰਤਾ ਨਾ ਕਰ, ਜਿਹੜਾ ਤੈਨੂੰ ਦਿੰਦਾ ਪਿਆ ਹਾਂ ਇਹ ਤੇਰਾ ਹੀ ਹੈ, ਇਹ ਤੇਰਾ ਹੀ ਹੈ, ਇਹ ਕਿਸੇ ਦੌਲਤ ਖਾਂ ਦਾ ਨਹੀਂ ਹੈ, ਕਿਸੇ ਹੋਰ ਦਾ ਨਹੀਂ ਹੈ। ਕਿਉਂਕਿ ਮਹਾਰਾਜ ਆਪਣੇ ਵਾਲੇ ਚੋਂ ਦਿੰਦੇ ਸਨ ਤੇ ਗੁਰੂ ਸਾਹਿਬ ਕਹਿੰਦੇ ਸਨ ਜੋ ਮੇਰਾ ਹੈ ਉਹ ਤੇਰਾ ਹੈ, ਜੋ ਤੇਰਾ ਹੈ ਉਹ ਮੇਰਾ। ਜਦੋਂ ਮੇਰੇ ਤੇ ਤੇਰੇ 'ਚ ਗੁਰੂ ਕਿਹਾ ਸਿੱਖਾ ਕੋਈ ਫਰਕ ਨਹੀਂ ਹੈ, ਤੇ ਫਿਰ ਇਹਦੇ ਜਿਹੜੀਆਂ ਮੇਰੀਆਂ ਚੀਜ਼ਾਂ ਉਹ ਤੇਰੀਆਂ, ਜਿਹੜੀਆਂ ਤੇਰੀਆਂ ਉਹ ਮੇਰੀਆਂ। ਇੱਦਾਂ ਤੇਰਾ ਤੇਰਾ ਕਹਿੰਦਿਆਂ ਹੋਇਆਂ ਤੇ ਮਹਾਰਾਜ ਲੋੜਵੰਦਾਂ ਦੀਆਂ ਝੋਲੀਆਂ ਭਰਦੇ ਨੇ। ਇੱਥੋਂ ਹੀ ਸੁਲਤਾਨਪੁਰ ਲੋਧੀ ਹੀ ਮਹਾਰਾਜ ਜੀ ਨੇ ਮੂਲ ਮੰਤਰ ਦੀ ਦਾਤ ਸਾਨੂੰ ਬਖਸ਼ੀ। ਨਾ ਕੋ ਹਿੰਦੂ ਨਾ ਮੁਸਲਮਾਨ ਦਾ ਨਾਅਰਾ ਦਿੱਤਾ। ਇੱਥੋਂ ਹੀ ਗੁਰੂ ਮਹਾਰਾਜ ਜੀ ਨੇ ਉਦਾਸੀਆਂ ਆਰੰਭ ਕੀਤੀਆਂ ਸਨ, ਜਿਹਨੂੰ ਭਾਈ ਗੁਰਦਾਸ ਸਾਹਿਬ ਕਹਿੰਦੇ ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਦੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਪਹਿਲੀ ਉਦਾਸੀ ਗੁਰੂ ਮਹਾਰਾਜ ਜੀ ਦੀ ਖਾਸ ਤੌਰ ਤੇ ਹਿੰਦੂ ਤੀਰਥਾਂ ਵਾਲੇ ਪਾਸੇ ਸੀ। ਜਦੋਂ ਆਪਾਂ ਗੁਰੂ ਸਾਹਿਬ ਜੀ ਦਾ ਜੀਵਨ ਬੜੇ ਧਿਆਨ ਦੇ ਨਾਲ ਪੜ੍ਹੀਏ ਨਾ, ਬੜੀ ਪਲੈਨਿੰਗ ਦੇ ਨਾਲ ਉਹਨਾਂ ਨੇ ਕੰਮ ਕੀਤਾ। ਇਹ ਨਹੀਂ ਕਿ ਜਿੱਧਰ ਨੂੰ ਦਿਲ ਕੀਤਾ ਤੁਰ ਪਏ। ਜੇ ਉਹਨਾਂ ਨੇ ਪ੍ਰਚਾਰ ਫੇਰੀਆਂ ਉਦਾਸੀਆਂ ਵੀ ਕੀਤੀਆਂ, ਐਨ ਪਲੈਨਿੰਗ ਦੇ ਨਾਲ ਪਹਿਲਾਂ ਇੱਕ ਚੀਜ਼ ਨੂੰ ਟਾਰਗੇਟ ਬਣਾ ਕੇ ਮਹਾਰਾਜ ਹਿੰਦੂ ਤੀਰਥਾਂ ਵਾਲੇ ਪਾਸੇ ਹੀ ਗਏ। ਦੂਜੇ ਨੰਬਰ ਤੇ ਮਹਾਰਾਜ ਸਿੱਧਾ ਜੋਗੀਆਂ ਦੇ ਜਿਹੜੇ ਮੁੱਖ ਕੇਂਦਰ ਸਨ ਉਹਨਾਂ ਵਾਲੇ ਪਾਸੇ ਗਏ। ਤੀਜੇ ਨੰਬਰ ਤੇ ਮਹਾਰਾਜ ਸੱਚੇ ਪਾਤਸ਼ਾਹ ਇਸਲਾਮ ਮੁਸਲਮਾਨ ਧਰਮ ਦੇ ਜਿਹੜੇ ਕੇਂਦਰ ਸਨ ਉਸ ਪਾਸੇ ਨੂੰ ਗਏ। ਐਨ ਸਾਰਾ ਕੰਮ ਗੁਰੂ ਮਹਾਰਾਜ ਜੀ ਨੇ ਪਲੈਨਿੰਗ ਦੇ ਨਾਲ ਕੀਤਾ ਸੀ। ਔਰ ਪਹਿਲੀ ਉਦਾਸੀ ਕਰੀਬਨ ਉਹਨਾਂ ਦੀ 8 ਵਰਿਆਂ ਦੀ ਸੀ। 8 ਵਰਿਆਂ ਦੀ ਉਦਾਸੀ ਤੋਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਵਾਪਸ ਆਏ ਸਨ ਤੇ ਸੁਲਤਾਨਪੁਰ ਲੋਧੀ ਹੀ ਵਾਪਸ ਆਏ। ਇੱਥੋਂ ਹੀ ਸ਼ੁਰੂ ਕੀਤਾ, ਇੱਥੇ ਹੀ ਆ ਕੇ ਮਹਾਰਾਜ ਨੇ ਉਦਾਸੀ ਦੀ ਸਮਾਪਤੀ ਕੀਤੀ। ਕੁਝ ਦਿਨ ਇੱਥੇ ਰਹਿਣ ਉਪਰੰਤ ਮਹਾਰਾਜ ਫਿਰ ਬਟਾਲੇ ਗਏ।
ਇਥੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਰਾਵੀ ਦਰਿਆ ਪਾਰ ਕਰਕੇ ਜਦੋਂ ਦੂਜੇ ਪਾਸੇ ਜਾਂਦੇ ਹਨ, ਔਰ ਹੁਣ ਜਦੋਂ ਆਪਾਂ ਉੱਥੇ ਪੰਜਾਬ 'ਚ ਦੇਖਦੇ ਹਾਂ, ਕਿਉਂਕਿ ਲਕੀਰ ਖਿੱਚੀ ਗਈ ਹੈ, ਪੰਜਾਬ ਵੀ ਵੰਡਿਆ ਗਿਆ ਹੈ, ਦੋ ਪੰਜਾਬ ਬਣ ਚੁੱਕੇ ਹਨ, ਇੱਕ ਪਾਕਿਸਤਾਨ 'ਚ ਹੈ, ਇੱਕ ਇੱਧਰ ਹਿੰਦੁਸਤਾਨ ਦੇ ਵਿੱਚ ਹੈ। ਤੇ ਡੇਰਾ ਬਾਬਾ ਨਾਨਕ ਜਿਹੜਾ ਅਸਥਾਨ ਹੈ, ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਉਂਕਿ ਕਰਤਾਰਪੁਰ ਸਾਹਿਬ ਵਿਖੇ ਜੋਤੀ ਜੋਤ ਸਮਾਏ ਸਨ, ਉਹ ਪਾਕਿਸਤਾਨ 'ਚ ਹੈ। ਤੇ ਜਿੱਥੇ ਗੁਰੂ ਨਾਨਕ ਮਹਾਰਾਜ ਜੀ ਦਾ ਸੰਸਕਾਰ ਹੋਇਆ ਸੀ ਤਨ ਦਾ, ਉਹ ਅਖੀਰਲੇ ਸਮੇਂ ਦੀ ਘਟਨਾ ਵਰਤੀ, ਉਹ ਹਿੰਦੁਸਤਾਨ ਦੇ ਵਿੱਚ ਹੈ, ਡੇਰਾ ਬਾਬਾ ਨਾਨਕ। ਡੇਰੇ ਦਾ ਭਾਵ ਹੀ ਦੇਹਰਾ, ਉਹ ਜਗ੍ਹਾ ਜਿੱਥੇ ਅਖੀਰ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਰੀਰ ਕਿਰਿਆ ਕਰਮ। ਮਹਾਰਾਜ ਵਿਚਕਾਰ ਰਾਵੀ ਦਰਿਆ ਹੈ ਦੋਵਾਂ ਦੇ, ਡੇਰਾ ਬਾਬਾ ਨਾਨਕ ਤੇ ਕਰਤਾਰਪੁਰ ਸਾਹਿਬ ਦੇ। ਉਹ ਗੁਰੂ ਮਹਾਰਾਜ ਰਾਵੀ ਦਰਿਆ ਪਾਰ ਕਰਦੇ ਹਨ ਤੇ ਉੱਥੇ ਇੱਕ ਛੋਟਾ ਜਿਹਾ ਪਿੰਡ ਸੀ, ਦੋਦੇ ਚੌਧਰੀ ਨੇ ਆਪਣੇ ਨਾਮ ਤੇ ਉਹ ਪਿੰਡ ਵਸਾਇਆ ਹੋਇਆ ਸੀ। ਦੋਦੇ ਦੀ ਘਰਵਾਲੀ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ 'ਚ ਆਈ, ਦੁੱਧ ਛਕਾਇਆ ਸਤਿਗੁਰਾਂ ਨੂੰ। ਉਦੋਂ ਬਾਅਦ ਉਹਨੇ ਆਪਣੇ ਪਤੀ ਦੋਦੇ ਨੂੰ ਦੱਸਿਆ, ਉਹ ਗੁਰੂ ਨਾਨਕ ਮਹਾਰਾਜ ਜੀ ਦੇ ਕੋਲ ਆਇਆ। ਉੱਥੇ ਵੀ ਇਦਾਂ ਵਿਚਾਰਾਂ ਚੱਲੀਆਂ। ਮਹਾਰਾਜ ਨੇ ਦੋਦੇ ਦਾ ਹੰਕਾਰ ਖਤਮ ਕੀਤਾ, ਇਹ ਗੱਲ ਉਹਨੂੰ ਸਮਝਾਈ ਕਿ ਸਾਰਾ ਕੁਝ ਕਰਤਾਰ ਦਾ ਹੀ ਹੈ, ਮਾਲਕ ਕਰਤਾਰ ਹੈ। ਉਹਨੇ ਫਿਰ ਕਿਹਾ ਸੀ, ਮਹਾਰਾਜ ਤੁਸੀਂ ਤੇ ਮੇਰੇ ਹੰਕਾਰ ਦੇ ਪਰਦੇ ਖਤਮ ਕਰ ਦਿੱਤੇ, ਇੱਥੇ ਨਗਰ ਵਸਾਓ ਆਪਣੇ ਨਾਮ ਤੇ ਨਾਨਕਪੁਰਾ। ਤੇ ਬਾਬਾ ਜੀ ਨੇ ਕਿਹਾ ਸੀ, ਨਾ ਕੁਝ ਤੇਰਾ ਨਾ ਕੁਝ ਮੇਰਾ, ਜਦੋਂ ਸਾਰਾ ਕੁਝ ਕਰਤਾਰ ਦਾ ਤੇ ਫਿਰ ਨਗਰ ਕਰਤਾਰ ਦੇ ਨਾਮ ਤੇ ਹੀ ਵਸਣਾ ਚਾਹੀਦਾ ਹੈ। ਕਰਤਾਰਪੁਰਾ ਨਗਰ ਮਹਾਰਾਜ ਨੇ ਉੱਥੇ ਵਸਾਇਆ। ਭਾਈ ਗੁਰਦਾਸ ਸਾਹਿਬ ਜ਼ਿਕਰ ਕਰਦੇ ਹਨ ਕਿ ਜਦੋਂ ਮਹਾਰਾਜ ਨੇ ਉਦਾਸੀਆਂ ਸਮਾਪਤ ਕੀਤੀਆਂ, ਫਿਰ ਬਾਬਾ ਆਇਆ ਕਰਤਾਰਪੁਰੈ, ਭੇਖ ਉਦਾਸੀ ਸਗਲ ਉਤਾਰਾ। ਮਹਾਰਾਜ ਨੇ ਇਹ ਗੱਲ ਸਮਝਾਈ ਕਿ ਧਰਮ ਦਾ ਸੰਬੰਧ ਭੇਖ ਦੇ ਨਾਲ ਨਹੀਂ ਹੈ। ਇਹ ਮਤ ਸਮਝਿਓ ਕਿ ਸ਼ਾਇਦ ਕੋਈ ਚੋਲੇ ਵਾਲਾ ਹੀ ਧਰਮੀ ਬੰਦਾ ਹੈ, ਤੇ ਜਿਨੇ ਸਧਾਰਨ ਕਿਰਤੀਆਂ ਵਾਲੇ ਕੱਪੜੇ ਪਾਏ ਤੇ ਉਹ ਧਰਮੀ ਨਹੀਂ ਹੋ ਸਕਦਾ ਹੈ। ਕੋਈ ਉੱਚੇ ਆਸਣ ਤੇ ਬੈਠਾ ਆਪਣੀ ਪੂਜਾ ਕਰਵਾਉਂਦਾ ਹੋਵੇ, ਉਹੀ ਧਰਮੀ ਹੈ। ਇਦਾਂ ਦਾ ਭਰਮ ਗੁਰੂ ਘਰ ਨਹੀਂ ਹੈ। ਗੁਰੂ ਨਾਨਕ ਮਹਾਰਾਜ ਕਹਿਣ ਲੱਗੇ, ਖੇਤਾਂ ਦੇ ਵਿੱਚ ਕਿਰਤ ਕਰਨ ਵਾਲਾ ਵੀ ਧਰਮੀ ਹੋ ਸਕਦਾ, ਬਲਕਿ ਸੱਚਾ ਧਰਮੀ ਹੀ ਉਹ ਹੈ ਜਿਹੜਾ ਕਿਰਤ ਕਰਦਾ, ਨਾਮ ਜਪਦਾ, ਵੰਡ ਕੇ ਛਕਦਾ ਹੈ। ਇਹ ਮਹਾਰਾਜ ਨੇ ਉਚੇਚੇ ਤੌਰ ਤੇ ਕਰਤਾਰਪੁਰ ਵਿਖੇ ਸਮਝਾਇਆ। ਭਾਈ ਸਾਹਿਬ ਕਹਿੰਦੇ, ਫਿਰ ਬਾਬਾ ਆਇਆ ਕਰਤਾਰਪੁਰੈ, ਭੇਖ ਉਦਾਸੀ ਸਗਲ ਉਤਾਰਾ। ਕਿਉਂਕਿ ਉਦਾਸੀਆਂ ਤੇ ਜਿੱਦਾਂ ਦਾ ਦੇਸ਼ ਤੇ ਉਦਾਂ ਦਾ ਭੇਸ, ਉਹ ਕੱਪੜੇ ਮਹਾਰਾਜ ਨੇ ਪਹਿਨੇ ਸਨ। ਵਕਤ ਕਰਕੇ ਜਾਂ ਕੁਝ ਜਗ੍ਹਾ ਦੀਆਂ ਮਜਬੂਰੀਆਂ ਵੀ ਸਨ। ਮੱਕੇ ਵਿਖੇ ਜੇ ਜਾਣਾ ਸੀ, ਹਾਜੀਆਂ ਵਾਲੇ ਕੱਪੜੇ ਪਾਉਣੇ ਹੀ ਪੈਣੇ ਸਨ, ਕਿਉਂਕਿ ਉੱਥੇ ਗੈਰ ਮੁਸਲਮਾਨ ਨੂੰ ਐਂਟਰੀ ਕੋਈ ਨਹੀਂ ਸੀ। ਮਹਾਰਾਜ ਨੇ ਉੱਥੇ ਜਾਣ ਦੇ ਲਈ ਨੀਲੇ ਕੱਪੜੇ ਪਹਿਨੇ। ਜਦੋਂ ਪਹਾੜਾਂ ਵਾਲੇ ਪਾਸੇ, ਜੋਗੀਆਂ ਵਾਲੇ ਪਾਸੇ ਗਏ, ਮੋਟੇ ਗੇਰੂਏ ਰੰਗ ਦੇ ਮਹਾਰਾਜ ਨੂੰ ਗਰਮ ਕੱਪੜੇ ਪਹਿਨਣੇ ਪਏ ਸਨ। ਸੋ ਪਹਿਲਾਂ ਜਿੱਦਾਂ ਦਾ ਦੇਸ਼ ਉਦਾਂ ਦਾ ਭੇਸ ਮਹਾਰਾਜ ਨੇ ਪਹਿਨਿਆ। ਪਰ ਇਹ ਅਖੀਰ ਤੇ ਦੱਸਿਆ ਕਿ ਗੱਲ ਭੇਸ ਦੀ ਨਹੀਂ ਹੈ, ਗੱਲ ਵਿਚਾਰਧਾਰਾ ਦੀ ਹੈ। ਫਿਰ ਬਾਬਾ ਆਇਆ ਕਰਤਾਰਪੁਰੈ, ਭੇਖ ਉਦਾਸੀ ਸਗਲ ਉਤਾਰਾ। ਪੈਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰ। ਉੱਥੇ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਤ ਕੀਤੀ। ਅਖੀਰਲੇ 18 ਸਾਲ ਮਹਾਰਾਜ ਇੱਥੇ ਕਰਤਾਰਪੁਰ ਨਗਰ ਵਿਖੇ ਰਹੇ ਨੇ। ਇੱਥੇ ਹੀ ਭਾਈ ਸਾਹਿਬ ਲਹਿਣਾ ਜੀ ਗੁਰੂ ਨਾਨਕ ਮਹਾਰਾਜ ਜੀ ਦੀ ਹਜ਼ੂਰੀ 'ਚ ਆਏ ਸਨ। ਉਹਨਾਂ ਦੀਆਂ ਕਈ ਪ੍ਰੀਖਿਆਵਾਂ ਹੋਈਆਂ। ਸਿੱਖ ਬੜੇ ਗੁਰੂ ਨਾਨਕ ਮਹਾਰਾਜ ਜੀ ਦੇ। ਇਤਿਹਾਸਕਾਰ ਇਹ ਕਹਿੰਦੇ ਹਨ ਕਿ ਕਰੀਬਨ 30 ਦੇਸ਼ਾਂ ਦੇ ਵਿੱਚ ਗੁਰੂ ਨਾਨਕ ਮਹਾਰਾਜ ਜੀ ਨੇ ਚਰਨ ਪਾਏ ਹਨ। 48,000 ਕਿਲੋਮੀਟਰ ਉਹਨਾਂ ਨੇ ਪੈਦਲ ਸਫ਼ਰ ਕੀਤਾ ਹੈ ਤੇ 3 ਕਰੋੜ ਲੋਕ ਗੁਰੂ ਨਾਨਕ ਮਹਾਰਾਜ ਜੀ ਦੀ ਸਿੱਖਿਆ ਗੁਰਦਿੱਖਿਆ ਨੂੰ ਲੈ ਕੇ ਗੁਰੂ ਨਾਨਕ ਜੀ ਦੇ ਸਿੱਖ ਬਣੇ ਸਨ। 3 ਕਰੋੜ ਲੋਕ ਸਿੱਖ, ਸਾਰੇ ਹੀ ਸਿੱਖ। ਪਰ ਉਹਨਾਂ ਸਿੱਖਾਂ ਦੇ ਵਿੱਚੋਂ ਸਭ ਤੋਂ ਸਿਰਮੌਰ ਕੌਣ? ਭਾਈ ਲਹਿਣਾ ਜੀ, ਜਿਹੜੇ ਗੁਰੂ ਨਾਨਕ ਮਹਾਰਾਜ ਜੀ ਦੀ ਨਜ਼ਰ ਦੇ ਵਿੱਚ ਕਬੂਲ ਪਏ। ਪ੍ਰੀਖਿਆਵਾਂ ਮਹਾਰਾਜ ਨੇ ਬਾਕੀ ਵੀ ਸਿੱਖਾਂ ਦੀਆਂ ਲਈਆਂ, ਪਰ ਗੁਰੂ ਨਾਨਕ ਦੀ ਪ੍ਰੀਖਿਆ ਦੇ ਵਿੱਚੋਂ ਪਾਸ ਹੋਣਾ ਕੋਈ ਸੌਖੀ ਗੱਲ ਥੋੜੀ ਸੀ। ਕਬੀਰ ਕਸੌਟੀ RAM ਕੀ ਝੂਠਾ ਟਿਕੈ ਨ ਕੋਏ, RAM ਕਸੌਟੀ ਸੋ ਸਹੈ
जो मर जीवा। एवड ऊंचा होवै कोय तिस ऊंचे को जाणै सोए। गुरु नानक जी दे उपदेशां दी कमाई करके भाई लहणा भी उसे अवस्था च पहुँच गए सन जिथे गुरु नानक जिस अवस्था च विचरदे हन। वो अखीरला समा होया 1539 करतारपुर। महाराज ने शरीर छड्डना सी, ਪ੍ਰੀਖਿਆਵਾਂ लगातार लै रहे सन। एक दिन महाराज सच्चे पातशाह पाटे पुराने जे कपड़े पहने नगर तो बाहर नूं तुर पए। वो सिख नाल सन, पिछे पिछे गए, पर महाराज ने सारिਆਂ ਨੂੰ ਕਿਹਾ पिछे चले जाओ, पिछे चले जाओ। सिख मुड़ते गए, अखीर भाई लहणा रह गए। महाराज कहण लगे तू भी चला जा। वो कहण लगे महाराज बाकी गए, उन्हां कोल कोई थां हो सकदी, मेरे कोल ते गुरु नानक तो बिना थां ही कोई नहीं है, मैं जावां किथे, कोई थां नहीं है। महाराज ने गल दे नाल लाया, कहण लगे जे तेरे कोल साडे तो बिना कोई थां नहीं है, साडे कोल तेरे तो बिना कोई थां नहीं है। गुरु नानक जी भाई लहणे दे विच अपेद हो गए ते लहणा गुरु अंगद बन गए। गुर अंगद गुर अंग ते अमृत बिरख फल अमृत फलिया। ज्योति जोत जगायन दीवे ते जो दीवा बलिया। धन गुरु नानक देव महाराज जी ने मारिया सिक्का जगत विच, नानक निर्मल पंथ चलाया। एक सच्चे धर्मी बनने का उपदेश उन्होंने अपने जीवन के सफ़र च दिता। किरत करो नाम जपो वंड के छको दा उन्हां दा मुढ़ला सिद्धांत मुढ़ला उपदेश है कि हर सिख जिथे किरती होए उथे परमेश्वर नूं ध्यावे, वंड के छके। ते वंडण दे लई उन्होंने कहा सी गल बहुते थोड़े दी नहीं हुंदी है, गल नीयत दी हुंदी है। जे बंदे दी नीयत साफ है, बंदा तिल जिन्ना तिल भी वंड सकदा है। उन्हां तिल वंड के भी विखाया। जे नीयत साफ बंदा तिल भी वंड सकदा, जे नीयत साफ नहीं है जिन्ना मर्जी कोल होए बंदा तिल जिन्ना भी नहीं वंड सकदा है। सो गुरु नानक महाराज सच्चे पातशाह जी दे उपदेशां दे धारनी बणीए। इदां महसूस करिए कि गुरु ग्रंथ साहिब दी हजूरी च आपां बैठे, गुरु नानक जी दी ही हजूरी च बैठे हाँ। साडा भरोसा भाई लहणे वर्गा बने, भैन नानकी वर्गा बने, भाई लालो वर्गा, भाई मरदाने वर्गा बने। गुरु नानक महाराज जी दियां खुशियां साडी सब दी झोली च पैण, इन्नियां बेनतियां प्रवान करनियां जी। गुरु साहिब जी दे पावन दिहाड़े दियां आप समूह संगतां नूं लख लख वधाइयां होण। तुर की बाणी दे सहज पाठ दे भोग पैणगे। आप जी ने इसे तरह एकाग्रता बना के गुरु दरबार दा आनंद मानना जी। भुल चुक दी खिमा करनी, गुरु फतेह दी सांझ पाओ। वाहिगुरु जी का खालसा, वाहिगुरु जी की फतेह।